ਬਹੁਪਤਨੀ ਵਿਆਹ ਪੋਲੀਗੈਮੀ। ਕੇ.ਐਮ. ਕਪਾੜੀਆ ਦੇ ਅਨੁਸਾਰ ਬਹੁਪਤਨੀ ਵਿਆਹ ਦਾ ਉਹ ਸਰੂਪ ਹੈ ਜਿਸ ਵਿੱਚ ਪਤੀ ਇੱਕ ਹੀ ਸਮੇਂ ਤੇ ਇੱਕ ਤੋਂ ਜ਼ਿਆਦਾ ਪਤਨੀਆਂ ਰੱਖ ਸਕਦਾ ਹੈ। ਮਿਚੇਲ ਦੇ ਕਥਨ ਅਨੁਸਾਰ ਇੱਕ ਪੁਰਖ ਦੇ ਇੱਕ ਤੋਂ ਜ਼ਿਆਦਾ ਪਤਨੀਆਂ ਨਾਲ ਵਿਆਹ ਕਰਨ ਦੀ ਪ੍ਰਥਾ ਨੂੰ ਬਹੁਪਤਨੀ ਵਿਆਹ ਕਿਹਾ ਜਾਂਦਾ ਹੈ। ਇਸ ਵਿਵਸਥਾ ਦੇ ਅਨੁਸਾਰ ਇੱਕ ਪੁਰਖ ਨੂੰ ਦੋ ਜਾਂ ਦੋ ਤੋਂ ਜ਼ਿਆਦਾ ਇਸਤਰੀਆਂ ਨਾਲ ਵਿਆਹ ਸੰਬੰਧਾਂ ਦੀ ਸਥਾਪਨਾ ਕਰਨ ਦੀ ਆਗਿਆ ਹੁੰਦੀ ਹੈ। ਐਸਕੀਮੋ ਦੇ ਕਬੀਲਿਆਂ ਵਿੱਚ, ਉੱਤਰੀ ਅਮਰੀਕਾ ਦੇ ਕ੍ਰੋ ਅਤੇ ਹਵਦਾਸਾ ਕਬੀਲਿਆਂ ਵਿੱਚ ਇਹ ਵਿਵਸਥਾ ਪਾਈ ਜਾਂਦੀ ਹੈ। ਐਸਾਈਰੋ ਦੇ ਹੈਬਾਈਡਰ ਆਦਮਕ ਸਮਾਜਾਂ ਵਿੱਚ ਇਸ ਪ੍ਰਥਾ ਦਾ ਕਾਫੀ ਪ੍ਰਚਲਨ ਹੈ। ਮੁਸਲਿਮ ਸਮਾਜ ਵਿੱਚ ਆਧੁਨਿਕ ਸਮੇਂ ਵਿੱਚ ਵੀ ਇਸ ਪ੍ਰਥਾ ਦਾ ਪ੍ਰਚਲਨ ਹੈ ਅਤੇ ਇਸ ਨੂੰ ਧਾਰਮਿਕ, ਸਮਾਜਿਕ ਅਤੇ ਵਿਗਿਆਨਿਕ ਮਾਨਤਾ ਪ੍ਰਾਪਤ ਹੈ। ਪ੍ਰਾਚੀਨ ਹਿੰਦੂ ਸਮਾਜ ਵਿੱਚ ਵਿਆਹ ਦਾ ਇਹ ਭੇਦ ਧਨੀ ਵਰਗ ਵਿੱਚ ਅਕਸਰ ਪ੍ਰਚਲਿਤ ਸੀ। ਪ੍ਰਾਚੀਨ ਸਮੇਂ ਵਿੱਚ ਜੇਤੂ ਸਮੂਹਾਂ ਦੁਆਰਾ ਹਾਰੇ ਸਮੂਹਾਂ ਦੀਆਂ ਇਸਤਰੀਆਂ ਨੂੰ ਜਾਂ ਤਾਂ ਦਾਸ ਬਣਾ ਕੇ ਰੱਖਿਆ ਜਾਂਦਾ ਸੀ ਜਾਂ ਜੇਤੂ ਸਮੂਹ ਦੇ ਮੈਂਬਰਾਂ ਉਹਨਾਂ ਨਾਲ ਵਿਆਹ ਸੰਬੰਧ ਸਥਾਪਿਤ ਕਰ ਲੈਂਦੇ ਸਨ। ਅਨੇਕ ਸ਼ਾਸਕਾਂ ਅਤੇ ਨਵਾਬਾਂ ਵਿੱਚ ਬੇਗਿਣਤ ਇਸਤਰੀਆਂ ਰੱਖੀਆਂ ਜਾਂਦੀਆਂ ਸਨ ਜੋ ਉਹਨਾਂ ਦੀ ਆਰਥਿਕ ਸੰਪੰਨਤਾ ਦਾ ਪ੍ਰਤੀਕ ਹੁੰਦੀਆਂ ਹਨ। ਬਹੁਪਤਨੀ ਵਿਆਹ ਦੇ ਮੁੱਖ ਕਾਰਨ ਮਨੁੱਖ ਦੀ ਮਨਪਸੰਦ ਅਵਸਥਾ ਤੇ ਏਕਾਧਿਕਾਰ ਦੀ ਭਾਵਨਾ ਅਤੇ ਆਤਮ ਰੱਖਿਆ ਦੇ ਲਈ ਆਪਣੇ ਵੰਸ਼ਜਾਂ ਦਾ ਜਨਮ ਹੈ। ਕਪਾੜੀਆ ਦੇ ਕਥਨ ਅਨੁਸਾਰ ਹਿੰਦੂ ਸ਼ਾਸਤਰਾਂ ਵਿੱਚ ਧਾਰਮਿਕ ਸੰਸਕਾਰਾਂ ਨੂੰ ਸੰਪੰਨ ਕਰਨ ਲਈ 4 ਪਤਨੀਆਂ ਤੱਕ ਰੱਖਣ ਦੀ ਆਗਿਆ ਦਿੱਤੀ ਗਈ ਹੈ। ਪਹਿਲੀ ਪਤਨੀ ਨੂੰ ਮਹਿਸ਼ੀ, ਦੂਜੀ ਨੂੰ ਪਰਿਵਰਤੀ, ਤੀਜੀ ਨੂੰ ਵਕਤਾ, ਚੌਥੀ ਨੂੰ ਪਲਾਗਲੀ ਕਿਹਾ ਜਾਂਦਾ ਹੈ। ਪਰਿਵਾਰ ਵਿੱਚ ਇਹਨਾਂ ਦੀਆਂ ਸਥਿਤੀਆਂ ਪੂਰਵ ਨਿਰਧਾਰਿਤ ਹੁੰਦੀਆਂ ਹਨ। ਪਹਿਲੀ ਪਤਨੀ ਦੀ ਥਾਂ ਸਰਵ ਉੱਚ ਹੈ, ਦੂਜੀ ਪਰਿਵਾਰ ਵਿੱਚ ਕਾਫੀ ਪ੍ਰਭਾਵਸ਼ੀਲ ਹੁੰਦੀ ਹੈ ਅਤੇ ਤੀਜੀ ਪਤਨੀ ਨੂੰ ਜ਼ਿਆਦਾ ਪ੍ਰਿਯ ਹੁੰਦੀ ਹੈ। ਚੌਥੀ ਪਤਨੀ ਰਾਜਾ ਦੇ ਦਰਬਾਰ ਦੇ ਸਭ ਤੋਂ ਨਿਮਨ ਅਧਿਕਾਰੀ ਦੀ ਧੀ ਹੁੰਦੀ ਹੈ। ਹਿੰਦੂ ਸਮਾਜ ਵਿੱਚ ਵੈਦਿਕ ਅਤੇ ਉੱਤਰ ਵੈਦਿਕ ਕਾਲ ਵਿੱਚ ਬਹੁਪਤਨੀ ਵਿਆਹ ਦਾ ਜ਼ਿਆਦਾ ਪ੍ਰਚਲਨ ਹੈ। ਵਿਸ਼ੇਸ਼ ਪ੍ਰਸਥਿਤੀ ਵਿੱਚ ਹੀ ਪੁਰਖ ਨੂੰ ਬਹੁਪਤਨੀ ਵਿਆਹ ਦੀ ਆਗਿਆ ਸੀ। ਰਿਸ਼ੀ ਅਵਸਥਾ ਦੇ ਅਨੁਸਾਰ ਜੇਕਰ ਕਿਸੇ ਪੁਰਸ਼ ਦੀ ਪਤਨੀ ਧਾਰਮਿਕ ਕੰਮਾਂ ਨੂੰ ਸੰਖੇਪ ਕਰਨ ਵਿੱਚ ਪਤੀ ਦਾ ਸਹਿਯੋਗ ਦਿੰਦੀ ਹੈ ਤੇ ਪੁੱਤਰ ਨੂੰ ਜਨਮ ਦਿੰਦੀ ਹੈ ਤਾਂ ਅਜਿਹੇ ਪੁਰਖ ਨੂੰ ਦੂਜੀ ਪਤਨੀ ਨਹੀਂ ਰੱਖਣੀ ਚਾਹੀਦੀ। ਮਨੂ ਦੇ ਅਨੁਸਾਰ ਜੇਕਰ ਕੋਈ ਇਸਤਰੀ ਵਿਆਹ ਦੇ 8 ਸਾਲ ਤੱਕ ਕੋਈ ਔਲਾਦ ਨੂੰ ਜਨਮ ਨਹੀਂ ਦੇ ਸਕਦੀ ਤਾਂ ਉਸ ਦੇ ਪਤੀ ਨੂੰ ਦੂਜੇ ਵਿਆਹ ਦੀ ਆਗਿਆ ਹੈ। ਕੋਟਲੀਆ ਦੇ ਕਥਨ ਅਨੁਸਾਰ ਜੇਕਰ ਕੋਈ ਇਸਤਰੀ ਵਿਆਹ ਦੇ 8 ਸਾਲ ਬਾਅਦ ਵੀ ਸੰਤਾਨ ਉਤਪਤੀ ਵਿੱਚ ਅਸਮਰਥ ਹੈ ਤਾਂ ਉਸਦੇ ਪਤੀ ਨੂੰ ਦੂਜਾ ਵਿਆਹ ਕਰ ਲੈਣਾ ਚਾਹੀਦਾ ਹੈ। ਜੇਕਰ ਉਹ ਮ੍ਰਿਤ ਬੱਚਿਆਂ ਨੂੰ ਜਨਮ ਦਿੰਦੀ ਹੈ ਤਾਂ ਜਾਂ ਪੁੱਤਰ ਦੇ ਜਨਮ ਵਿੱਚ ਅਸਮਰਥ ਹੈ ਤਾਂ ਕੋਟਲੀਆਂ ਦੇ ਕਥਨ ਦੇ ਅਨੁਸਾਰ ਪਤੀ ਨੂੰ ਦੂਜੇ ਵਿਆਹ ਦੀ ਆਗਿਆ ਹੈ। ਪਰ ਇਹਨਾਂ ਕਾਰਨਾਂ ਤੋਂ ਇਲਾਵਾ ਜੇਕਰ ਪੁਰਖ ਕਿਸੇ ਹੋਰ ਕਾਰਨ ਕਰਕੇ ਦੂਜੇ ਵਿਆਹ ਕਰਦਾ ਹੈ ਤਾਂ ਉਸਨੂੰ ਸਜ਼ਾ ਦੇਣੀ ਚਾਹੀਦੀ ਹੈ। ਉਪਰੋਕਤ ਵਿਵੇਚਨਾ ਤੋਂ ਸਪਸ਼ਟ ਹੁੰਦਾ ਹੈ ਕਿ ਸੰਤਾਨ ਉਤਪਤੀ ਅਤੇ ਧਾਰਮਿਕ ਕਰਤੱਵਾਂ ਦੇ ਪਾਲਣ ਹੇਤੂ ਹੀ ਹਿੰਦੂ ਧਰਮ ਵਿੱਚ ਦੂਜੇ ਵਿਆਹ ਦੀ ਆਗਿਆ ਹੈ। ਬੇਸ਼ੱਕ ਬਹੁ ਵਿਆਹ ਦਾ ਆਮ ਪ੍ਰਚਲਨ ਸੀ ਪਰ ਇੱਕ ਵਿਆਹ ਨੂੰ ਹੀ ਆਦਰਸ਼ ਵਿਆਹ ਮੰਨਿਆ ਜਾਂਦਾ ਸੀ। ਸਾਧਾਰਣ ਪੁਰਖ ਨੂੰ 2 ਤੋਂ ਜ਼ਿਆਦਾ ਵਿਆਹਾਂ ਦੀ ਆਗਿਆ ਨਹੀਂ ਸੀ। ਸਮ੍ਰਿਤੀ ਦੇ ਮਗਰੋਂ ਬਹੁ ਵਿਆਹ ਦਾ ਪ੍ਰਚਲਨ ਵਿਸਤ੍ਰਿਤ ਹੋ ਗਿਆ ਅਤੇ ਇਸ ਨੂੰ ਸਮਾਜ ਦੁਆਰਾ ਸਵੀਕ੍ਰਿਤੀ ਵਿਆਹ ਦਾ ਰੂਪ ਸਮਝਿਆ ਜਾਣ ਲੱਗਾ। ਬਹੁਪਤਨੀ ਵਿਆਹ ਦੇ ਪ੍ਰਚਲਨ ਦੇ ਮੁੱਖ ਕਾਰਨ ਹਨ। ਪਰਿਵਾਰਕ ਵੰਸ਼ ਦੀ ਨਿਰੰਤਰਤਾ ਨੂੰ ਬਣਾਈ ਰੱਖਣ ਦੀ ਲੋੜ ਪਰਿਵਾਰ ਵਿੱਚ ਪੁੱਤਰ ਪ੍ਰਾਪਤੀ ਦੀ ਸੀ। ਧਾਰਮਿਕ ਕੰਮਾਂ ਵਿਸ਼ੇਸ਼ ਕਰਕੇ ਪਿੰਡਦਾਨ ਲਈ ਪੁੱਤਰ ਦੀ ਮਹੱਤਤਾ। ਜੇਕਰ ਕੋਈ ਪੁਰਖ ਪਹਿਲੀ ਪਤਨੀ ਨਾਲ ਪੁੱਤਰ ਪ੍ਰਾਪਤੀ ਨਹੀਂ ਕਰ ਸਕਦਾ ਤਾਂ ਉਸਨੂੰ ਦੂਜੇ ਵਿਆਹ ਦੀ ਆਗਿਆ ਸੀ। ਮੱਧਕਾਲ ਵਿੱਚ ਪਰਿਵਾਰ ਵਿੱਚ ਪਤਨੀਆਂ ਦੀ ਸੰਖਿਆ ਪੁਰਖ ਦੀ ਆਰਥਿਕ ਖੁਸ਼ਹਾਲੀ ਦਾ ਪ੍ਰਤੀਕ ਸਮਝੀ ਜਾਂਦੀ ਸੀ ਜਿਸ ਦੇ ਕਾਰਨ ਧਨੀ ਵਰਗਾਂ ਵਿੱਚ ਇੱਕ ਤੋਂ ਜ਼ਿਆਦਾ ਪਤਨੀਆਂ ਰੱਖਣ ਦੀ ਪ੍ਰਥਾ ਦਾ ਆਰੰਭ ਹੋਇਆ। ਨਵਾਬ ਅਤੇ ਸ਼ਾਸਕ ਜ਼ਿਆਦਾ ਇਸਤਰੀਆਂ ਨੂੰ ਰੱਖਣਾ ਆਪਣੀ ਸ਼ਾਨ ਸਮਝਦੇ ਸਨ। ਭਾਰਤ ਮੁੱਖ ਰੂਪ ਵਿੱਚ ਇੱਕ ਖੇਤੀ ਪ੍ਰਧਾਨ ਸਮਾਜ ਰਿਹਾ ਹੈ। ਇਸਤਰੀਆਂ ਅਕਸਰ ਪੁਰਖਾਂ ਦੇ ਨਾਲ ਖੇਤਾਂ ਵਿੱਚ ਕੰਮ ਕਰਦੀਆਂ ਸਨ। ਇਸਤਰੀਆਂ ਦੀ ਆਰਥਿਕ ਉਪਯੋਗਤਾ ਦੇ ਕਾਰਨ ਹੀ ਬਹੁਪਤਨੀ ਵਿਆਹ ਦੀ ਉਤਸ਼ਾਹ ਮਿਲਿਆ। ਭਾਰਤ ਵਿੱਚ ਕੁਲੀਨ ਵਿਆਹ ਨੇ ਵੀ ਬਹੁਪਤਨੀ ਵਿਆਹ ਨੂੰ ਉਤਸ਼ਾਹ ਦਿੱਤਾ। ਪਹਿਲੇ ਕੁਲੀਨ ਵਿਆਹ ਵਿੱਚ ਨਵੀਆਂ ਜਾਤੀਆਂ ਉੱਚ ਜਾਤੀ ਦੇ ਵਰ ਪਾਉਣ ਲਈ ਜ਼ਿਆਦਾ ਤੋਂ ਜ਼ਿਆਦਾ ਦਹੇਜ ਦੇਣ ਨੂੰ ਤਿਆਰ ਰਹਿੰਦੀਆਂ ਹਨ ਕਿਉਂਕਿ ਇਹ ਇੱਕ ਹੀ ਰਸਤਾ ਹੈ ਜਿਸ ਦੇ ਦੌਰਾਨ ਨਵੀਆਂ ਜਾਤੀਆਂ ਸਮਾਜ ਵਿੱਚ ਆਪਣੀ ਸਥਿਤੀ ਨੂੰ ਉੱਚਾ ਕਰ ਸਕਦੀਆਂ ਹਨ। ਦਹੇਜ ਦੇ ਲਾਲਚ ਵਿੱਚ ਸਾਧਾਰਣ ਵਿਅਕਤੀ ਵੀ ਇੱਕ ਤੋਂ ਜ਼ਿਆਦਾ ਵਿਆਹ
ਕਰਨ ਲਈ ਤਿਆਰ ਹੋ ਜਾਂਦੇ ਹਨ। ਦੂਜੇ ਕੁਲੀਨੇ ਵਿਆਹ ਦੇ ਕਾਰਨ ਅਕਸਰ ਉੱਚ ਜਾਤਾਂ ਨਾਲ ਯੋਗ ਵਰਾਂ ਦੀ ਕਮੀ ਹੋ ਜਾਂਦੀ ਹੈ, ਜਿਸ ਨਾਲ ਮਜਬੂਰ ਹੋ ਕੇ ਉੱਚ ਜਾਤ ਦੀਆਂ ਲੜਕੀਆਂ ਦੇ ਮਾਤਾ-ਪਿਤਾ ਨੂੰ ਵਿਆਹੁਤ ਪੁਰਖਾਂ ਨਾਲ ਲੜਕੀਆਂ ਦੇ ਵਿਆਹ ਸੰਬੰਧ ਸਥਾਪਿਤ ਕਰਨੇ ਪੈਂਦੇ ਹਨ। ਵੈਸਟਮਾਰਕਰ ਨੇ ਬਹੁਪਤਨੀ ਵਿਆਹ ਦੇ ਹੇਠ ਲਿਖੇ ਕਾਰਨਾਂ ਦਾ ਉਲੇਖ ਕੀਤਾ। ਜੀਵਨ ਦੇ ਕੁਝ ਕਾਲ ਵਿੱਚ ਇਸਤਰੀ ਪੁਰਖਾਂ ਦੇ ਨਾਲ ਸਹਿਜ ਸਰੀਰਕ ਸੰਬੰਧ ਨਹੀਂ ਰੱਖ ਸਕਦੀਆਂ। ਯੌਨ ਸੰਤੁਸ਼ਟੀ ਨੂੰ ਆਮ ਵਿਵਸਥਾ ਦੇ ਲਈ ਅਨੇਕਾਂ ਸਮਾਜ ਵਿੱਚ ਪੁਰਖਾਂ ਨੂੰ ਇੱਕ ਤੋਂ ਜ਼ਿਆਦਾ ਵਿਆਹ ਦੀ ਆਗਿਆ ਹੁੰਦੀ ਹੈ। ਅਕਸਰ ਇਸਤਰੀਆਂ ਪੁਰਖ ਦੀ ਤੁਲਨਾ ਵਿੱਚ ਜਲਦੀ ਹੀ ਬੁੱਢੀਆਂ ਹੁੰਦੀਆਂ ਹਨ। ਅਨੇਕ ਅਜਿਹੇ ਸਮਾਜਾਂ ਵਿੱਚ ਜਿੱਥੇ ਸੱਭਿਅਤਾ ਦਾ ਵਿਕਾਸ ਨਹੀਂ ਹੋਇਆ ਸੀ, ਬਹੁਪਤਨੀ ਵਿਆਹ ਦੀ ਇਹ ਇੱਕ ਮੁੱਖ ਕਾਰਨ ਰਿਹਾ ਹੈ। ਨਵੀਨਤਾ ਹਰੇਕ ਵਿਅਕਤੀ ਦੀ ਮਨੋਵਿਗਿਆਨਿਕ ਇੱਛਾ ਹੈ। ਨਵੀਨਤਾ ਪਾਉਣ ਲਈ ਪੁਰਖ ਇੱਕ ਤੋਂ ਜ਼ਿਆਦਾ ਵਿਆਹ ਸੰਬੰਧ ਸਥਾਪਿਤ ਕਰਦੇ ਹਨ। ਕਬੀਲੇ ਸਮਾਜਾਂ ਵਿੱਚ ਕਬੀਲੇ ਦੇ ਸਰਦਾਰ ਅਤੇ ਸੱਭਿਆ ਸਮਾਜਾਂ ਵਿੱਚ ਵੀ ਉੱਚ ਵਰਗ ਦੇ ਲੋਕ ਸਮਾਜ ਵਿੱਚ ਆਪਣੀ ਸੰਰਸ਼ਟਤਾ ਨੂੰ ਪ੍ਰਮਾਣਿਤ ਕਰਨ ਲਈ ਇੱਕ ਤੋਂ ਜ਼ਿਆਦਾ ਵਿਆਹ ਸੰਬੰਧ ਸਥਾਪਿਤ ਕਰਦੇ ਹਨ। ਕਈ ਸਮਾਜਾਂ ਵਿੱਚ ਬਹੁ ਵਿਆਹ ਦਾ ਮੁੱਖ ਕਾਰਨ ਆਰਥਿਕ ਹੁੰਦਾ ਹੈ। ਹਿਮਾਲਿਆ ਵਿੱਚ ਰਹਿਣ ਵਾਲੇ ਕਬੀਲਿਆਂ ਵਿੱਚ ਪੁਰਖ ਕਈ ਵਾਰ ਵਿਆਹ ਸੰਬੰਧ ਸਥਾਪਿਤ ਕਰਦਾ ਹੈ। ਆਪਣੀ ਸੰਪત્ਤੀ ਦੀ ਵੰਡ ਨੂੰ ਰੋਕਣ ਅਤੇ ਖੇਤੀ ਸੰਬੰਧੀ ਕੰਮਾਂ ਵਿੱਚ ਪਤਨੀ ਦੀ ਸਹਾਇਤਾ ਪਾਉਣ ਲਈ। ਵੱਡੇ ਆਕਾਰ ਦੇ ਪਰਿਵਾਰ ਦੀ ਇੱਛਾ ਵੀ ਬਹੁਪਤਨੀ ਵਿਆਹ ਨੂੰ ਉਤਸ਼ਾਹਿਤ ਕਰਦੀ ਹੈ। ਉਪਰੋਕਤ ਵਿਵਰਣ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਬਹੁਪਤਨੀ ਵਿਆਹ ਦੇ ਪ੍ਰਚਲਨ ਦੇ ਅਨੇਕਾਂ ਕਾਰਨ ਹਨ। ਇਸ ਦਾ ਪ੍ਰਚਲਨ ਬਹੁਪਤਨੀ ਵਿਆਹ ਨਾਲੋਂ ਜ਼ਿਆਦਾ ਵਿਸਤ੍ਰਿਤ ਹੈ। ਬਹੁਪਤਨੀ ਵਿਆਹ ਦੇ ਲਾਭ। ਇਹ ਪ੍ਰਥਾ ਸਮਾਜ ਵਿੱਚ ਅਨੈਤਿਕਤਾ ਦੇ ਵਿਸਤਰਤ ਨੂੰ ਰੋਕਦੀ ਹੈ, ਕਿਉਂਕਿ ਯੌਨ ਸੰਤੁਸ਼ਟੀ ਪਰਿਵਾਰ ਵਿੱਚ ਵੀ ਹੋ ਜਾਂਦੀ ਹੈ। ਇਸ ਨੂੰ ਘਰ ਤੋਂ ਬਾਹਰ ਸਰੀਰਕ ਸੰਬੰਧ ਸਥਾਪਿਤ ਕਰਨ ਦੀ ਲੋੜ ਨਹੀਂ ਹੁੰਦੀ। ਅਜਿਹੇ ਪਰਿਵਾਰਾਂ ਦੇ ਬੱਚਿਆਂ ਦੀ ਦੇਖਭਾਲ ਜ਼ਿਆਦਾ ਉੱਤਮ ਢੰਗ ਨਾਲ ਹੁੰਦੀ ਹੈ। ਪਰਿਵਾਰ ਵਿੱਚ ਘਰ ਦੇ ਕੰਮਕਾਜ ਲਈ ਅਤੇ ਬੱਚਿਆਂ ਦੀ ਪਾਲਣ ਪੋਸ਼ਣ ਲਈ ਇਸਤਰੀਆਂ ਹੁੰਦੀਆਂ ਹਨ। ਅਜਿਹੇ ਪਰਿਵਾਰਾਂ ਦੇ ਬੱਚਿਆਂ ਦਾ ਪਾਲਣ ਪੋਸ਼ਣ ਉੱਤਮ ਢੰਗ ਨਾਲ ਇਸ ਲਈ ਵੀ ਹੁੰਦਾ ਹੈ ਕਿ ਆਮ ਕਰਕੇ ਆਰਥਿਕ ਪੱਧਰ ਤੇ ਸੰਪੰਨ ਪੁਰਖ ਹੀ ਇੱਕੋ ਜਿਹੇ ਵਿਆਹ ਕਰਦੇ ਹਨ। ਇਸ ਨਾਲ ਬੱਚਿਆਂ ਦੀਆਂ ਸਾਰੀਆਂ ਲੋੜਾਂ ਆਸਾਨੀ ਨਾਲ ਪੂਰੀਆਂ ਹੋ ਜਾਂਦੀਆਂ ਹਨ। ਇਹ ਪ੍ਰਥਾ ਸਮਾਜ ਵਿੱਚ ਸਮੂਹਵਾਦਤਾ ਅਤੇ ਜਾਤੀਵਾਦਤਾ ਨੂੰ ਉਤਸ਼ਾਹਿਤ ਕਰਦੀ ਹੈ। ਬਹੁਪਤਨੀ ਵਿਆਹ ਵਿੱਚ ਪਹਿਲੀ ਪਤਨੀ ਤੋਂ ਇਲਾਵਾ ਦੂਜੀ ਪਤਨੀ ਨੂੰ ਨਿਮਨ ਵਰਗਾਂ ਤੋਂ ਸਵੀਕਾਰ ਕਰਨ ਵਿੱਚ ਕੋਈ ਹਿਚਕਚਾਹਟ ਨਹੀਂ ਹੁੰਦੀ। ਜਿਵੇਂ ਵਿੱਚ ਭਾਰਤ ਜਾਤੀ ਵਿਆਹ ਦਾ ਮੁੱਖ ਕਾਰਨ ਬਹੁਪਤਨੀ ਵਿਆਹ ਹੈ। ਇਸ ਦੇ ਨਤੀਜੇ ਵਜੋਂ ਇੱਕ ਹੀ ਪਰਿਵਾਰ ਵਿੱਚ ਵੱਖ-ਵੱਖ ਜਾਤਾਂ ਅਤੇ ਵਰਗਾਂ ਦੇ ਮੈਂਬਰ ਇਕੱਠੇ ਰਹਿੰਦੇ ਹਨ। ਇਹ ਸਥਿਤੀ ਸਮੂਹਵਾਦਤਾ ਦੇ ਪ੍ਰਤੀਕੂਲ ਹੈ। ਬਹੁਪਤਨੀ ਵਿਆਹ ਦੇ ਦੋਸ਼। ਪਰਿਵਾਰ ਦੀ ਇਸ ਪ੍ਰਥਾ ਦੇ ਕਾਰਨ ਸਮਾਜ ਵਿੱਚ ਇਸਤਰੀਆਂ ਦੀ ਸਥਿਤੀ ਨਿਮਨ ਰਹੀ ਹੈ, ਪਰ ਪੁਰਖ ਉਹਨਾਂ ਨੂੰ ਮਨੋਰੰਜਨ ਦਾ ਸਾਧਨ ਮਾਤਰ ਸਮਝਦਾ ਹੈ। ਉਹ ਸੁੰਦਰਤਾ ਅਤੇ ਪਿਆਰ ਦੀ ਭਾਵਨਾ ਨੂੰ, ਜੋ ਸੁਖਦਾਈ ਪਰਿਵਾਰਕ ਜੀਵਨ ਦਾ ਆਧਾਰ ਹੈ, ਬਹੁਪਤਨੀਤਵ ਪਰਿਵਾਰ ਵਿੱਚ ਉਸ ਦੀ ਲਗਾਤਾਰ ਘਾਟ ਰਹਿੰਦੀ ਹੈ। ਬਹੁਪਤਨੀ ਵਿਵਸਥਾ ਸਮਾਜ ਵਿੱਚ ਅਨੈਤਿਕਤਾ ਨੂੰ ਉਤਸ਼ਾਹ ਕਰਦੀ ਹੈ। ਜਦੋਂ ਪਤੀ ਸਾਰੀਆਂ ਪਤਨੀਆਂ ਨੂੰ ਬਰਾਬਰ ਪਿਆਰ ਜਾਂ ਧਿਆਨ ਨਹੀਂ ਦੇ ਪਾਉਂਦਾ ਤਾਂ ਇਸਤਰੀਆਂ ਘਰ ਦੇ ਬਾਹਰ ਸੰਬੰਧ ਸਥਾਪਿਤ ਕਰਨ ਦਾ ਯਤਨ ਕਰਦੀਆਂ ਹਨ। ਇਹ ਪ੍ਰਥਾ ਮਨੁੱਖੀ ਸੁਭਾਅ ਦੇ ਅਨੁਕੂਲ ਹੈ। ਵੱਖ-ਵੱਖ ਪਰਿਵਾਰਕ ਪਿੱਠ ਭੂਮੀਆਂ ਨਾਲ ਸੰਬੰਧਿਤ ਇਸਤਰੀਆਂ ਨੂੰ ਇਕੱਠਿਆਂ ਰਹਿਣਾ ਪੈਂਦਾ ਹੈ ਤੇ ਇੱਕ ਸਧਾਰਨ ਜੀਵਨ ਜਿਉਣ ਦੇ ਲਈ ਮਜਬੂਰ ਹੋਣਾ ਪੈਂਦਾ ਹੈ, ਜਿਨ੍ਹਾਂ ਦੇ ਨਤੀਜੇ ਵਜੋਂ ਇਹਨਾਂ ਵਿੱਚ ਈਰਖਾ, ਲੜਾਈ ਅਤੇ ਤਣਾਅ ਪੈਦਾ ਹੁੰਦੇ ਹਨ। ਇਸਤਰੀਆਂ ਵਿੱਚ ਏਕਾਧਿਕਾਰ ਦੀ ਭਾਵਨਾ ਨੂੰ ਵੀ ਇਹ ਪ੍ਰਭਾਵਿਤ ਕਰਦੇ ਹਨ। ਉਹਨਾਂ ਨੂੰ ਆਪਣੇ ਪਤੀ ਦੀਆਂ ਦੂਜੀਆਂ ਇਸਤਰੀਆਂ ਨਾਲ ਸਾਂਝੇਦਾਰੀ ਕਰਨੀ ਪੈਂਦੀ ਹੈ। ਬੱਚਿਆਂ ਦੇ ਪਾਲਣ ਪੋਸ਼ਣ ਵਿੱਚ ਵੀ ਬਹੁਪਤਨੀ ਪਰਿਵਾਰ ਢੁਕਵਾਂ ਵਾਤਾਵਰਣ ਪ੍ਰਦਾਨ ਨਹੀਂ ਕਰ ਪਾਉਂਦਾ। ਤਣਾਅ, ਲੜਾਈ ਅਤੇ ਝਗੜੇ ਦੇ ਵਾਤਾਵਰਣ ਵਿੱਚ ਵੱਡੇ ਹੋਣ ਦੇ ਕਾਰਨ ਉਹਨਾਂ ਵਿੱਚ ਸਵਸਥ ਵਿਅਕਤੀਤਵ ਦਾ ਵਿਕਾਸ ਨਹੀਂ ਹੋ ਪਾਉਂਦਾ। ਇਸ ਤੋਂ ਇਲਾਵਾ ਅਨੇਕ ਪਰਿਵਾਰ ਦੀ ਦੇਖ ਰੇਖ ਦੀ ਜ਼ਿੰਮੇਵਾਰੀ ਕੇਵਲ ਇੱਕ ਪੁਰਖ ਤੇ ਹੀ ਹੁੰਦੀ ਹੈ, ਜਿਸ ਦੇ ਕਾਰਨ ਬੱਚਿਆਂ ਦੀ ਉਚਿਤ ਦੇਖਭਾਲ ਦਾ ਉਸਦੇ ਕੋਲ ਸਮਾਂ ਹੀ ਨਹੀਂ ਹੁੰਦਾ। ਬੱਚਿਆਂ ਦਾ ਵਧੇਰੇ ਸਮਾਂ ਮਾਤਾ-ਪਿਤਾ ਦੀ ਦੇਖਭਾਲ ਵਿੱਚ ਗੁਜ਼ਰਦਾ ਹੈ। ਉਹਨਾਂ ਨੂੰ ਪਿਤਾ ਦਾ ਪਿਆਰ ਅਤੇ ਸੰਦੀਖਣ ਬਹੁਤ ਘੱਟ ਮਿਲਦਾ ਹੈ। ਇਹਨਾਂ ਦੋਸ਼ਾਂ ਦੇ ਕਾਰਨ ਸੁਤੰਤਰਤਾ ਪ੍ਰਾਪਤੀ ਮਗਰੋਂ 1955 ਵਿੱਚ ਹਿੰਦੂ ਵਿਆਹ ਐਕਟ ਪਾਸ ਕੀਤਾ ਗਿਆ, ਜਿਸ ਦੇ ਅਨੁਸਾਰ ਇੱਕ ਵਿਆਹ ਨੂੰ ਵਿਆਹ ਦਾ ਕਾਨੂੰਨੀ ਰੂਪ ਮੰਨਿਆ ਗਿਆ। ਆਧੁਨਿਕ ਸੱਭਿਆ ਸਮਾਜਾਂ ਵਿੱਚ ਜਿਵੇਂ-ਜਿਵੇਂ ਇਸਤਰੀਆਂ ਆਪਣੇ ਅਧਿਕਾਰਾਂ ਦੇ ਪ੍ਰਤੀ ਜਾਗਰੂਕ ਹੋ ਰਹੀਆਂ ਹਨ, बहु विवाह की थां एक विवाह संस्था। अगर वीडियो अच्छी लगे और कुछ सीखने को मिले इससे तो प्लीज़ लाइक एंड सब्सक्राइब ज़रूर कर देना।